ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਇੱਕ ਪੀਰਾਂ ਤੇ ਫਕੀਰਾਂ ਦੀ ਧਰਤੀ ਹੈ। ਉਹਨਾਂ ਸਾਧੂਆਂ ਵਿੱਚ ਇੱਕ ਸਾਧੂ ਹੋਏ ਨੇ ਭਾਈ ਮੂਲ ਚੰਦ ਜੀ। ਭਾਈ ਮੂਲ ਚੰਦ ਜੀ ਦਾ ਜਨਮ ਸੰਮਤ 1705 ਵਿੱਚ ਸਿਧੀ ਚੰਦ ਦੁੱਗਲ ਖੱਤਰੀ ਤੇ ਮਾਤਾ ਸ਼੍ਰੀਮਤੀ ਸਰੂਪੋ ਦੇ ਘਰ ਬਠਿੰਡੇ ਵਿੱਚ ਹੋਇਆ। ਭਾਈ ਮੂਲ ਚੰਦ ਦੇ ਜਨਮ ਸਮੇਂ ਇਹਨਾਂ ਦੇ ਸਿਰ ਉੱਪਰ ਚਿੱਟੀ ਬੋਦੀ ਸੀ। ਭਾਈ ਮੂਲ ਚੰਦ ਨੇ ਆਪਣੀ ਮੁੱਢਲੀ ਸਿੱਖਿਆ ਬਠਿੰਡੇ ਤੋਂ ਇੱਕ ਬ੍ਰਾਹਮਣ ਪੰਡਤ ਗੋਕਲ ਚੰਦ ਗੁਜਰਾਤੀ ਕੋਲ ਪ੍ਰਾਪਤ ਕੀਤੀ। ਬਚਪਨ ਤੋਂ ਹੀ ਮੂਲ ਚੰਦ ਦੇ ਮਾਤਾ-ਪਿਤਾ ਉਸ ਨੂੰ ਦੁਕਾਨਦਾਰੀ ਦੇ ਕੰਮ ਵਿੱਚ ਪਾਉਣਾ ਚਾਹੁੰਦੇ ਸਨ, ਪਰੰਤੂ ਭਾਈ ਮੂਲ ਚੰਦ ਜਿਹੇ ਈਸ਼ਵਰ ਭਗਤ ਬਾਲਕ ਲਈ ਅਜਿਹਾ ਕਰਨਾ ਪ੍ਰਵਾਨ ਨਹੀਂ ਸੀ। ਉਹ ਤਾਂ ਛੋਟੀ ਉਮਰ ਤੋਂ ਹੀ ਰਮਤੇ ਸਾਧੂਆਂ ਵਾਲਾ ਜੀਵਨ ਗੁਜ਼ਾਰਨ ਦੇ ਆਦੀ ਹੋ ਚੁੱਕੇ ਸਨ। ਪਿਤਾ ਦੀ ਮੌਤ ਤੋਂ ਬਾਅਦ ਮੂਲ ਚੰਦ ਪਰਿਵਾਰਕ ਬੰਧਨਾਂ ਨੂੰ ਤਿਆਗ ਕੇ ਹਮੇਸ਼ਾ ਲਈ ਰਮਤੇ ਜੋਗੀ ਬਣ ਗਏ। ਭਾਈ ਮੂਲ ਚੰਦ ਦੇ ਗੁਰੂ ਬਠਿੰਡਾ ਦੇ ਵਸਨੀਕ ਬ੍ਰਾਹਮਣ ਗੰਗਾ ਰਾਮ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਵਿੱਚ ਹਰਮੰਦਰ ਸਾਹਿਬ ਬਣਨ ਸਮੇਂ ਬਹੁਤ ਸਾਰਾ ਅੰਨ ਲੰਗਰ ਲਈ ਅਰਪਣ ਕੀਤਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ ਵਾਕ ਸਿੱਧੀ ਦਾ ਵਰਦਾਨ ਪ੍ਰਾਪਤ ਕੀਤਾ ਸੀ। ਬਾਬਾ ਗੰਗਾ ਰਾਮ ਦੇ ਬਚਨ ਨਾਲ ਹੀ ਭਾਈ ਮੂਲ ਚੰਦ ਦਾ ਜਨਮ ਹੋਇਆ ਸੀ। ਭਾਈ ਮੂਲ ਚੰਦ ਦਾ ਸਮੁੱਚਾ ਜੀਵਨ ਲੋਕ ਕਲਿਆਣ ਹਿੱਤ ਗੁਜ਼ਰਿਆ। ਭਾਈ ਮੂਲ ਚੰਦ ਨੇ ਵਚਿੱਤਰ ਚਮਤਕਾਰ ਤਾਂ ਬਚਪਨ ਤੋਂ ਹੀ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਇੱਕ ਸੇਵਕ 100 ਮੋਹਰਾਂ ਅਤੇ 2 ਲੁੰਗੀਆਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭੇਟ ਕਰਨ ਜਾ ਰਿਹਾ ਸੀ। ਬਾਲਕ ਮੂਲ ਚੰਦ ਨੇ ਸੇਵਕ ਨੂੰ ਕਿਹਾ ਕਿ ਰੁਪਏ ਮੁੰਡਿਆਂ ਵਿੱਚ ਵੰਡ ਦੇ ਤੇ ਲੁੰਗੀਆਂ ਮੈਨੂੰ ਦੇ ਜਾ। ਜਿਹੜੀ ਇੱਛਾ ਤੇਰੇ ਮਨ ਵਿੱਚ ਹੈ ਉਹ ਪੂਰੀ ਹੋ ਜਾਵੇਗੀ। ਸੇਵਕ ਨੇ ਮੂਲ ਚੰਦ ਦੀ ਗੱਲ ਨੂੰ ਬੱਚਿਆਂ ਦੀ ਸ਼ਰਾਰਤ ਸਮਝਿਆ ਤੇ ਉਹ ਚੁੱਪਚਾਪ ਅੱਗੇ ਚਲਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿੱਚ ਨਜ਼ਰਾਨਾ ਭੇਟ ਕੀਤਾ ਤੇ ਮੱਥਾ ਟੇਕ ਕੇ ਬੈਠ ਗਿਆ। ਗੁਰੂ ਤੇਗ ਬਹਾਦਰ ਜਾਨੀ ਜਾਣ ਉਹਨਾਂ ਨੇ ਸੇਵਕ ਕੋਲੋਂ ਰਸਤੇ ਵਿੱਚ ਵਾਪਰੀ ਸਾਰੀ ਘਟਨਾ ਸੁਣੀ ਤੇ ਕਿਹਾ ਕਿ ਉਹ ਮੁੰਡਾ ਸਧਾਰਨ ਬਾਲਕ ਨਹੀਂ, ਉਹ ਬੜਾ ਹੀ ਕਲਾ ਵਾਲਾ ਹੈ ਤੇ ਦੁਨੀਆ ਦੇ ਕੰਮ ਨੇਪਰੇ ਚਾੜਨ ਲਈ ਸਿਧੀ ਚੰਦ ਦੇ ਘਰ ਜਨਮਿਆ ਹੈ। ਇਹ ਵਸਤਾਂ ਉਸ ਨੂੰ ਭੇਟ ਕਰਾ, ਤੇਰੀ ਮਨੋਕਾਮਨਾ ਪੂਰੀ ਹੋ ਜਾਵੇਗੀ। ਬਿਕਰਮੀ 1751 ਵਿੱਚ ਬਠਿੰਡੇ ਵਿੱਚ ਅਕਾਲ ਪੈ ਗਿਆ। ਇਸ ਪਰ ਬਾਬਾ ਗੰਗਾ ਰਾਮ ਤੇ ਭਾਈ ਮੂਲ ਚੰਦ ਨੂੰ ਸੁਨਾਮ ਊਧਮ ਸਿੰਘ ਵਾਲਾ ਆਉਣਾ ਪਿਆ ਤੇ ਇੱਥੇ ਪੱਕੇ ਹੀ ਰਹਿਣ ਲੱਗ ਪਏ। ਭਾਈ ਮੂਲ ਚੰਦ ਦਾ ਸਮੁੱਚਾ ਜੀਵਨ ਭਾਈ ਗੰਗਾ ਰਾਮ ਜੀ ਨੂੰ ਸਮਰਪਣ ਸੀ। ਇੱਕ ਔਲਾਦ ਦੀ ਚਾਹਵਾਨ ਡੋਗਰੀ ਭਾਈ ਮੂਲ ਚੰਦ ਦੇ ਸੰਪਰਕ ਵਿੱਚ ਆਈ, ਜਿਸ ਦੇ ਭਾਗ ਵਿੱਚ ਔਲਾਦ ਦਾ ਸੁੱਖ ਨਹੀਂ ਸੀ। ਮੂਲ ਚੰਦ ਨੇ ਖੁਸ਼ ਹੋ ਕੇ ਉਸ ਨੂੰ 7 ਪੁੱਤਰਾਂ ਦੀ ਦਾਤ ਬਖਸ਼ੀ। ਸੁਨਾਮ ਊਧਮ ਸਿੰਘ ਵਾਲਾ ਦੀ ਸਾਰੀ ਜਨਤਾ ਆਪ ਜੀ ਦੇ ਅਲੌਕਿਕ ਚਮਤਕਾਰ ਨਾਲ ਪ੍ਰਭਾਵਿਤ ਹੋਣ ਲੱਗੀ। ਮੂਲ ਚੰਦ ਆਪਣੇ ਸਮੇਂ ਦਾ ਅਜਿਹਾ ਮਹਾਨ ਲੋਕ ਨਾਇਕ ਹੋਇਆ ਜਿਸ ਨੂੰ ਲੋਕ ਦਰਦ ਦਾ ਮਸੀਹਾ ਮੰਨਿਆ ਜਾਂਦਾ ਹੈ। ਮੂਲ ਚੰਦ ਨੇ ਆਪਣੀ ਆਤਮਿਕ ਸ਼ਕਤੀ ਸਦਕਾ ਬਾਬਾ ਆਲਾ ਸਿੰਘ ਅਤੇ ਦਿੱਲੀ ਬਾਦਸ਼ਾਹ ਮੁਹੰਮਦ ਸ਼ਾਹ ਦੀ ਬਹੁਤ ਸਹਾਇਤਾ ਕੀਤੀ। ਮੂਲ ਚੰਦ ਦਾ ਨਾ ਕੇਵਲ ਜਨਮ ਹੀ ਬਾਬਾ ਗੰਗਾ ਰਾਮ ਦੇ ਬਚਨ ਤੋਂ ਹੋਇਆ ਸੀ, ਸਗੋਂ ਉਹਨਾਂ ਦੀ ਰੂਹਾਨੀ ਤਾਕਤ ਵੀ ਬਾਬਾ ਗੰਗਾ ਰਾਮ ਜੀ ਦੀ ਕੀਤੀ ਭਗਤੀ ਕਰਕੇ ਸੀ। ਮੂਲ ਚੰਦ ਨੇ ਬੀਬੀ ਨੰਦ ਕਿਸ਼ੋਰੀ ਨੂੰ ਆਪਣੀ ਗੁਰੂ ਭੈਣ ਬਣਾ ਲਿਆ ਸੀ। ਮੂਲ ਚੰਦ ਨੇ ਕਈ ਵਾਰ ਆਪਣੇ ਜੀਵਨ ਨੂੰ ਖਤਰੇ ਭਰੇ ਸੰਕਟ ਵਿੱਚ ਪਾ ਕੇ ਵੀ ਬੀਬੀ ਜੀ ਦੇ ਬਚਨਾਂ ਦੀ ਪੂਰਤੀ ਕੀਤੀ ਸੀ। ਨੰਦ ਕਿਸ਼ੋਰੀ ਨੇ ਗੰਗਾ ਯਾਤਰਾ ਦੀ ਇੱਛਾ ਪ੍ਰਗਟ ਕੀਤੀ। ਭਾਈ ਸਾਹਿਬ ਨੇ ਆਪਣੇ ਆਤਮਿਕ ਬਲ ਸਦਕਾ ਹੀ ਬੀਬੀ ਜੀ ਦੀ ਇਹ ਇੱਛਾ ਘਰ ਬੈਠਿਆਂ ਹੀ ਪੂਰੀ ਕਰ ਦਿੱਤੀ ਸੀ। ਭਾਈ ਸਾਹਿਬ ਨੇ ਆਪਣੀ ਬਲਵਾਨ ਇੱਛਾ ਸ਼ਕਤੀ ਸਦਕਾ ਸਮਾਧ ਭਾਈ ਮੂਲ ਚੰਦ ਸਾਹਿਬ ਦੇ ਸਾਹਮਣੇ ਵਾਲੇ ਖੂਹ ਵਿੱਚ ਗੰਗਾ ਜਲ ਦਾ ਪ੍ਰਵੇਸ਼ ਕਰਵਾ ਦਿੱਤਾ ਸੀ। ਬਾਬਾ ਗੰਗਾ ਰਾਮ ਨੇ ਭਾਈ ਮੂਲ ਚੰਦ ਸਾਹਿਬ ਤੋਂ ਇਹ ਇਕਰਾਰ ਲੈ ਲਿਆ ਸੀ ਕਿ ਬੀਬੀ ਨੰਦ ਕਿਸ਼ੋਰੀ ਦੇ ਬਚਨਾਂ ਦੀ ਉਲੰਘਣਾ ਨਹੀਂ ਕਰਨੀ, ਦੂਜਾ ਸਤਲੁਜ ਤੋਂ ਪਾਰ ਨਹੀਂ ਲੰਘਣਾ ਹੋਵੇਗਾ। ਅਜਿਹਾ ਕਰਨ ਦੀ ਸੂਰਤ ਵਿੱਚ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੋਵੇਗੀ। ਤੀਜਾ ਬਚਨ ਗੰਗਾ ਰਾਮ ਨੇ ਆਪਣੀ ਸੰਤਾਨ ਦੀ ਸੰਭਾਲ ਪ੍ਰਤੀ ਲਿਆ ਸੀ। ਸੰਮਤ 1790 ਬਿਕਰਮੀ ਵਿੱਚ ਇੱਕ ਦਿਨ ਭਾਈ ਮੂਲ ਚੰਦ ਸਾਹਿਬ ਆਪਣੇ ਆਸਨ ਉੱਤੇ ਬੈਠੇ ਸੇਵਕਾਂ ਨਾਲ ਬਚਨ ਵਿਲਾਸ ਕਰ ਰਹੇ ਸਨ। ਕਾਲ ਨੇ ਆ ਕੇ ਕਿਹਾ ਕਿ ਨਿਰੰਕਾਰ ਦੇ ਹੁਕਮ ਅਨੁਸਾਰ ਮੈਂ ਆਪ ਜੀ ਨੂੰ ਸੱਦਣ ਆਇਆ ਹਾਂ, ਮੇਰੇ ਨਾਲ ਬੈਕੁੰਠ ਪਧਾਰੋ। ਭਾਈ ਸਾਹਿਬ ਨੇ ਫਰਮਾਇਆ ਕਿ ਹੁਕਮ ਅਦੂਲੀ ਕਰਨੀ ਚੰਗੀ ਗੱਲ ਤਾਂ ਨਹੀਂ, ਪਰ ਤੁਸੀਂ ਚੱਲੋ, ਪਰ ਮੇਰੇ ਵੱਲੋਂ ਬੇਨਤੀ ਕਰ ਦੇਣਾ ਕਿ ਮੈਂ ਅੱਜ ਤੋਂ 40 ਦਿਨ ਬਾਅਦ ਹਾਜ਼ਰ ਹੋਵਾਂਗਾ। ਕਾਲ ਵਾਪਸ ਚਲਾ ਗਿਆ। ਸੇਵਕ ਬੜੀ ਉਤਸੁਕਤਾ ਨਾਲ ਆਉਣ ਵਾਲੇ ਬਾਰੇ ਜਾਣਨਾ ਚਾਹੁੰਦੇ ਸਨ। ਸੇਵਕਾਂ ਦੇ ਬਾਰ-ਬਾਰ ਜ਼ੋਰ ਦੇਣ ਤੇ ਭਾਈ ਸਾਹਿਬ ਨੇ ਫਰਮਾਇਆ ਕਿ ਹੁਣ ਸਾਨੂੰ ਦਰਗਾਹੀ ਸੱਦਾ ਆ ਗਿਆ ਹੈ। ਸੇਵਕਾਂ ਨੂੰ ਇਹ ਜਾਣ ਕੇ ਬੇਹੱਦ ਦੁੱਖ ਹੋਇਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਾਡੇ ਕਾਰਜ ਕੌਣ ਸਵਾਰੇਗਾ, ਤਾਂ ਭਾਈ ਸਾਹਿਬ ਨੇ ਫਰਮਾਇਆ ਕਿ ਜਿਹੜਾ ਸੇਵਕ ਮੈਨੂੰ ਤਨੋ ਸਦ ਮਨੋ ਯਾਦ ਕਰੇਗਾ, ਮੈਂ ਉਸ ਦੇ ਅੰਗ ਸੰਗ ਰਹਾਂਗਾ।
ਥੋੜੇ ਦਿਨਾਂ ਮਗਰੋਂ ਜਵਾਲਾ ਜੀ ਦੀ ਯਾਤਰਾ ਲਈ ਬੀਬੀ ਨੰਦ ਕਿਸ਼ੋਰੀ ਨਾਲ ਜਾਂਦਿਆਂ ਤਾੜਵੀਆਂ ਨਾਲ ਲੜਦੇ ਹੋਏ ਭਾਈ ਸਾਹਿਬ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਕੱਤਕ ਬਿਕਰਮੀ ਸੰਮਤ 1790 ਵਿੱਚ ਜੋਤੀ ਜੋਤ ਸਮਾ ਗਏ। ਭਾਈ ਮੂਲ ਚੰਦ ਜੀ ਸਭ ਧਰਮਾਂ ਦੇ ਸਾਂਝੇ ਗੁਣ ਲੱਛਣ ਦੇ ਧਰਨੀ ਦਰਵੇਸ਼ ਸਨ। ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਭਾਈ ਸਾਹਿਬ ਨੇ ਸਮੇਂ-ਸਮੇਂ ਤੇ ਲੋਕਾਂ ਨੂੰ ਚਮਤਕਾਰ ਦਿਖਾਏ। ਸਮਾਧ ਭਾਈ ਮੂਲ ਚੰਦ ਦੀ ਇਮਾਰਤ ਲਗਭਗ 39 ਫੁੱਟ ਉੱਚੀ ਹੈ। ਇਸ ਦੇ ਮੁੱਖ ਗੁੰਬਦ ਅਤੇ ਆਲੇ-ਦੁਆਲੇ 4 ਬੁਰਜਾਂ ਉੱਪਰ ਗੁੰਬਦ ਬਣੇ ਹੋਏ ਹਨ। ਇਨ੍ਹਾਂ ਗੁੰਬਦਾਂ ਦਾ ਉੱਪਰਲਾ ਹਿੱਸਾ ਸੋਨੇ ਦੇ ਪੱਤਰੇ ਨਾਲ ਮੜਿਆ ਹੋਇਆ ਹੈ। ਇਸ ਦੀ ਚਮਕ ਦਮਕ ਇਤਨਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਜਿਉਂ ਦੀ ਤਿਉਂ ਕਾਇਮ ਹੈ। ਚੋਰਾਂ ਡਾਕੂਆਂ ਨੇ ਇਸ ਸੋਨੇ ਦੇ ਪੱਤਰੇ ਉਤਾਰਨ ਦੇ ਕਈ ਵਾਰ ਯਤਨ ਕੀਤੇ, ਪਰ ਬਾਬਾ ਜੀ ਦੇ ਚਮਤਕਾਰ ਨਾਲ ਉਹ ਉੱਪਰ ਚੜ੍ਹਦੇ ਹੀ ਅੰਨੇ ਹੋ ਜਾਂਦੇ ਸਨ। ਰੇਲਵੇ ਲਾਈਨ ਦੇ ਸਰਵੇ ਸਮੇਂ ਬਾਬਾ ਜੀ ਨੇ ਅੰਗਰੇਜ਼ ਅਫਸਰ ਨੂੰ ਚਮਤਕਾਰ ਦਿਖਾਇਆ। ਇਸ ਪਰ ਉਸ ਨੂੰ ਮਜਬੂਰਨ ਰੇਲ ਦਿਸ਼ਾ ਬਦਲਣੀ ਪਈ ਅਤੇ ਛਾਜਲੀ ਪਿੰਡ ਵੀ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਦੇ ਬਚਨਾਂ ਨਾਲ ਹੀ ਬੰਨਿਆ ਗਿਆ ਹੈ, ਜੋ ਕਿ ਸੁਨਾਮ ਤੋਂ 12 ਕਿਲੋਮੀਟਰ ਦੂਰ ਹੈ।